प्यारे विद्यार्थियों नमस्कार। मैं संजीव शर्मा साइंस मास्टर सरकारी मिडिल स्कूल फंगतौली जिला पठानकोट तो। प्यारे विद्यार्थियों अज गल असीं करांगे 7वीं क्लास की विज्ञान की पाठ पुस्तक के पाठ 13 तो या अध्याय 13 तो, जिसका नाम है गति अते समा, मोशन एंड टाइम। इस दे विच असीं वख-वख परिभाषा सीखण की कोशिश करांगे। तो चलो शुरू करते हाँ अज का लैक्चर। विद्यार्थियों इस स्क्रीन नूं जां तस्वीर नूं बड़े गौर नाल देखो ਅਤੇ ਇਸ ਦੇ ਉੱਤੇ ਇੱਕ ਵਿਗਿਆਨਿਕ ਨਜ਼ਰੀਏ ਦੇ ਨਾਲ ਹੀ ਵਿਚਾਰ ਕਰਨਾ ਕਿ ਤੁਹਾਨੂੰ ਇਸ ਨੂੰ ਵੇਖ ਕੇ ਕੀ ਮਹਿਸੂਸ ਹੋ ਰਿਹਾ ਹੈ। ਚਲੋ ਹੁਣ ਇਸ ਸੜਕ ਜਾਂ ਪੁਲ ਦੇ ਉੱਤੇ ਕੁਝ ਵਾਹਨ ਵੀ ਦੌੜਦੇ ਹੋਏ ਨਜ਼ਰ ਆ ਰਹੇ ਹਨ। ਇਹਨਾਂ ਦੇ ਬਾਰੇ ਵੀ ਉਸੇ ਤਰ੍ਹਾਂ ਹੀ ਸੋਚਣਾ ਹੈ। ਤੁਸੀਂ ਹੋਰ ਵੀ ਵਾਹਨ ਨਜ਼ਰ ਆਉਣਗੇ, ਜਿਵੇਂ ਕਿ ਤੁਹਾਨੂੰ ਹੁਣੀ ਥੋੜੀ ਦੇਰ ਬਾਅਦ ਇੱਕ ਸਾਈਕਲ ਚਾਲਕ ਵੀ ਨਜ਼ਰ ਆਏਗਾ, ਸਾਈਕਲ ਚਲਾਉਂਦਾ ਹੋਇਆ ਨਜ਼ਰ ਆਏਗਾ, ਫਿਰ ਇੱਕ ਕਾਰ ਨਜ਼ਰ ਆਏਗੀ। ਤੁਸੀਂ ਸਾਰਿਆਂ ਦੇ ਬਾਰੇ ਧਿਆਨ ਨਾਲ ਦੇਖਣਾ ਹੈ ਔਰ ਉਹਨਾਂ ਦੇ ਬਾਰੇ ਸੋਚਣਾ ਹੈ। ਲੋ ਸਾਈਕਲ ਵੀ ਆ ਗਈ ਤੇ ਕਾਰ ਵੀ। ਇਹਨਾਂ ਨੂੰ ਗੌਰ ਨਾਲ ਦੇਖੋ ਅਤੇ ਸੋਚੋ ਤੇ ਸਿਰਫ ਵਿਗਿਆਨਿਕ ਨਜ਼ਰੀਏ ਦੇ ਨਾਲ। ਤੇ ਜੇ ਕੋਈ ਔਕੜ ਆ ਰਹੀ ਹੈ ਤਾਂ ਮੈਂ ਤੁਹਾਨੂੰ ਸਮਝਾ ਦਿੰਦਾ ਹਾਂ। ਵਿਦਿਆਰਥੀਓ ਜੋ ਫੋਟੋ ਦੇਖੀ ਸੀ ਤੁਸੀਂ ਜਾਂ ਤੁਸੀਂ ਇਹ ਸੜਕ ਦੇਖ ਰਹੇ ਹੋ, ਇਹ ਬਿਲਕੁਲ ਸਿੱਧੀ ਹੈ, ਭਾਵੇਂ ਇੱਕ ਸਰਲ ਰੇਖਾ ਦੇ ਵਿੱਚ ਹੈ। ਠੀਕ ਹੈ, ਇਹ ਦੇਖੋ ਸਕੂਟਰ ਦੇਖੋ, ਹੁਣ ਸੜਕ ਸਿੱਧੀ ਸੀ, ਸਰਲ ਰੇਖਾ ਦੇ ਵਿੱਚ ਸੀਗੀ। ਇਸ ਦੇ ਉੱਤੇ ਸਕੂਟਰ ਵੀ ਬਿਲਕੁਲ ਸਿੱਧੀ ਗਤੀ ਕਰ ਰਿਹਾ ਹੈ, ਬਿਲਕੁਲ ਸਿੱਧਾ ਜਾ ਰਿਹਾ ਹੈ, ਅੱਗੇ ਵੱਲ ਨੂੰ ਵੱਧਦਾ ਜਾ ਰਿਹਾ ਲਗਾਤਾਰ, ਕੋਈ ਮੋੜ ਨਹੀਂ ਕੱਟ ਰਿਹਾ ਹੈ। ਕਾਰ ਨੇ ਵੀ ਕੋਈ ਮੋੜ ਨਹੀਂ ਕੱਟਿਆ। ਇਹ ਦੇਖੋ ਇਸ ਟਰੱਕ ਨੇ ਵੀ ਕੋਈ ਮੋੜ ਨਹੀਂ ਕੱਟਿਆ, ਬਿਲਕੁਲ ਸਿੱਧਾ ਜਾ ਰਿਹਾ ਹੈ। ਵਿਦਿਆਰਥੀਓ ਤੁਸੀਂ ਵੇਖਿਆ ਕਿ ਇਹ ਸਾਰੇ ਹੀ ਵਾਹਨ ਸਰਲ ਰੇਖਾ ਦੇ ਮੁਤਾਬਕ ਗਤੀ ਕਰ ਰਹੇ ਹਨ। ਸੋ ਇਸ ਪ੍ਰਕਾਰ ਦੀ ਗਤੀ ਨੂੰ ਅਸੀਂ ਸਰਲ ਰੇਖੀ ਗਤੀ ਕਹਿੰਦੇ ਹਾਂ। ਸੋ ਪਰਿਭਾਸ਼ਾ ਹੋਈ ਕਿ ਜੇ ਕੋਈ ਵਿਅਕਤੀ, ਵਸਤੂ ਜਾਂ ਕੋਈ ਵਾਹਨ ਸਰਲ ਰੇਖਾ ਦੇ ਮੁਤਾਬਕ ਗਤੀ ਕਰਦਾ ਹੈ ਤਾਂ ਇਸ ਪ੍ਰਕਾਰ ਦੀ ਗਤੀ ਨੂੰ ਸਰਲ ਰੇਖੀ ਗਤੀ ਕਿਹਾ ਜਾਂਦਾ ਹੈ। ਤੁਸੀਂ ਵੇਖਿਆ ਸੀ ਕਿ ਸਾਰੇ ਹੀ ਵਾਹਨ ਸਿੱਧੀ ਰੇਖਾ ਦੇ ਵਿੱਚ ਗਤੀ ਕਰ ਰਹੇ ਸਨ। ਇਸ ਟਰੱਕ ਨੂੰ ਵੀ ਧਿਆਨ ਨਾਲ ਵੇਖੋ, ਇਸ ਦੁਆਰਾ ਕੀਤੀ ਜਾ ਰਹੀ ਗਤੀ ਵੀ ਸਰਲ ਰੇਖਾ ਦੇ ਅਨੁਸਾਰ ਹੈ, ਇਸ ਲਈ ਇਹ ਵੀ ਸਰਲ ਰੇਖੀ ਗਤੀ ਕਰ ਰਿਹਾ ਹੈ। ਵਿਦਿਆਰਥੀਓ ਇਹ ਜੋ ਤੁਹਾਨੂੰ ਦੀਵਾਰ ਘੜੀ ਦਿਖਾਈ ਦੇ ਰਹੀ ਹੈ, ਇਸ ਦੇ ਵਿੱਚ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜੋ ਗਤੀ ਕਰ ਰਿਹਾ ਹੈ ਉਸ ਨੂੰ ਪੈਂਡੂਲਮ ਕਹਿੰਦੇ ਹਾਂ। ਤੁਸੀਂ ਪੈਂਡੂਲਮ ਦੀ ਗਤੀ ਨੂੰ ਜਰਾ ਧਿਆਨ ਨਾਲ ਦੇਖੋ। ਇਹ ਇੱਕ ਨਿਸ਼ਚਿਤ ਸਮੇਂ ਅੰਤਰਾਲ ਤੋਂ ਬਾਅਦ ਆਪਣੀ ਗਤੀ ਨੂੰ ਦੁਹਰਾ ਰਿਹਾ ਹੈ, ਭਾਵ ਸੱਜੇ ਤੋਂ ਖੱਬੇ ਜਾਣਾ ਤੇ ਖੱਬੇ ਤੋਂ ਸੱਜੇ ਜਾਣਾ। ਇਸ ਤਰ੍ਹਾਂ ਦੀ ਗਤੀ ਨੂੰ ਆਵਰਤੀ ਗਤੀ ਜਾਂ ਔਸੀਲੇਟਰੀ ਮੋਸ਼ਨ ਕਿਹਾ ਜਾਂਦਾ ਹੈ। ਸੋ ਤੁਸੀਂ ਕਹਿ ਸਕਦੇ ਹੋ ਕਿ ਦੀਵਾਰ ਘੜੀ ਦੇ ਪੈਂਡੂਲਮ ਦੀ ਗਤੀ ਆਵਰਤੀ ਗਤੀ ਹੁੰਦੀ ਹੈ ਅਤੇ ਇਸ ਤਰ੍ਹਾਂ ਦੀਆਂ ਜੋ ਵੀ ਗਤੀਆਂ ਹੁੰਦੀਆਂ ਹਨ ਉਹਨਾਂ ਨੂੰ ਆਵਰਤੀ ਗਤੀ ਕਿਹਾ ਜਾਂਦਾ ਹੈ। ਭਾਵ ਅਗਰ ਕੋਈ ਵਸਤੂ ਇਸ ਤਰ੍ਹਾਂ ਦੀ ਗਤੀ ਕਰਦੀ ਹੈ ਜੋ ਨਿਸ਼ਚਿਤ ਸਮਾਂ ਅੰਤਰਾਲ ਤੋਂ ਬਾਅਦ ਆਪਣੇ ਆਪ ਨੂੰ ਦੁਹਰਾਵੇ ਤਾਂ ਉਸ ਨੂੰ ਆਵਰਤੀ ਗਤੀ ਕਿਹਾ ਜਾਂਦਾ ਹੈ। ਵਿਦਿਆਰਥੀਓ ਸਾਈਕਲ ਦੇ ਇਸ ਘੁੰਮਦੇ ਹੋਏ ਟਾਇਰ ਨੂੰ ਜਰਾ ਧਿਆਨ ਨਾਲ ਵੇਖੋ। ਤੁਸੀਂ ਨੋਟ ਕੀਤਾ ਹੋਣਾ ਹੈ ਕਿ ਇਸ ਦੀ ਦੂਰੀ ਐਕਸਲ ਤੋਂ ਜਾਂ ਧੁਰੇ ਤੋਂ ਹਰ ਵਕਤ ਬਰਾਬਰ ਬਣੀ ਰਹਿੰਦੀ ਹੈ। ਜਦੋਂ ਵੀ ਕੋਈ ਵਸਤੂ ਇਹੋ ਜਿਹੀ ਗਤੀ ਕਰੇ ਕਿ ਉਹ ਨਿਸ਼ਚਿਤ ਬਿੰਦੂ ਤੋਂ ਬਰਾਬਰ ਦੂਰੀ ਤੇ ਬਣੀ ਰਹੇ ਤਾਂ ਇਹੋ ਜਿਹੀ ਗਤੀ ਨੂੰ ਚੱਕਰਾਕਾਰ ਜਾਂ ਸਰਕੂਲਰ ਮੋਸ਼ਨ ਕਿਹਾ ਜਾਂਦਾ ਹੈ। ਸਾਈਕਲ ਦਾ ਘੁੰਮਦਾ ਹੋਇਆ ਟਾਇਰ ਵੀ ਚੱਕਰਾਕਾਰ ਗਤੀ ਹੀ ਕਰ ਰਿਹਾ ਹੈ। ਕੀ ਤੁਸੀਂ ਆਪਣੇ ਦੈਨਿਕ ਜੀਵਨ ਦੇ ਵਿੱਚੋਂ ਇਹੋ ਜਿਹੀਆਂ ਵਸਤੂਆਂ ਦੇ ਉਦਾਹਰਣ ਦੇ ਸਕਦੇ ਹੋ ਜਦੋਂ ਉਹ ਗਤੀ ਕਰਨ ਤਾਂ ਉਹ ਗਤੀ ਚੱਕਰਾਕਾਰ ਹੋਵੇ? ਤੁਸੀਂ ਆਸ-ਪਾਸ ਨੂੰ ਧਿਆਨ ਨਾਲ ਵੇਖੋ, ਤੁਹਾਨੂੰ ਇਹੋ ਜਿਹੀਆਂ ਕਈ ਵਸਤੂਆਂ ਲੱਭ ਜਾਣਗੀਆਂ। ਇਸ ਛੱਤ ਵਾਲੇ ਪੱਖੇ ਨੂੰ ਗੋਲ ਘੁੰਮਦਿਆਂ ਵੇਖ ਕੇ ਤੁਹਾਨੂੰ ਕੀ ਖਿਆਲ ਆ ਰਿਹਾ ਹੈ ਪਿਆਰੇ ਵਿਦਿਆਰਥੀਓ?
ਇਹ ਕਿਹੋ ਜਿਹੀ ਗਤੀ ਕਰ ਰਿਹਾ ਹੈ? ਬਿਲਕੁਲ ਠੀਕ, ਇਹ ਚੱਕਰਾਕਾਰ ਗਤੀ ਕਰ ਰਿਹਾ ਹੈ ਜਾਂ ਸਰਕੂਲਰ ਮੋਸ਼ਨ, ਕਿਉਂਕਿ ਇਸ ਦੀ ਪਰਾਂ ਦੀ ਦੂਰੀ ਇਸ ਦੇ ਧੁਰੇ ਤੋਂ ਬਰਾਬਰ ਹੀ ਰਹਿੰਦੀ ਹੈ। ਤਾਂ ਅਸੀਂ ਗਤੀ ਦੀਆਂ ਕਿਸਮਾਂ ਬਾਰੇ ਤਾਂ ਸਿੱਖ ਲਿਆ। ਕਿਹੜੀਆਂ-ਕਿਹੜੀਆਂ ਕਿਸਮਾਂ ਸਨ? ਸਰਲ ਰੇਖੀ ਗਤੀ, ਆਵਰਤੀ ਗਤੀ ਅਤੇ ਚੱਕਰਾਕਾਰ ਗਤੀ। ਇਹਨਾਂ ਗਤੀਆਂ ਦੇ ਸੰਬੰਧ ਦੇ ਵਿੱਚ ਅਸੀਂ ਪਰਿਭਾਸ਼ਾ ਦੇ ਨਾਲ ਕੁਝ ਵੀਡੀਓ ਵੀ ਦੇਖੇ। ਸੋ ਪਿਆਰੇ ਵਿਦਿਆਰਥੀਓ, ਹੁਣ ਜੋ ਸਾਹਮਣੇ ਤੁਹਾਨੂੰ ਸਕਰੀਨ ਦੇ ਉੱਤੇ ਇੱਕ ਸਾਰਣੀ ਦਿਖਾਈ ਦੇ ਰਹੀ ਹੈ, ਉਸ ਦੇ ਵਿੱਚ 3 ਖਾਨੇ ਬਣੇ ਹੋਏ ਹਨ। ਪਹਿਲਾ ਤਾਂ ਹੈ ਲੜੀ ਨੰਬਰ, ਦੂਸਰਾ ਹੈ ਗਤੀ ਦੀ ਉਦਾਹਰਣ ਅਤੇ ਤੀਸਰਾ ਖਾਨਾ ਬਿਲਕੁਲ ਹੀ ਖਾਲੀ ਹੈ, ਉਹ ਹੈ ਗਤੀ ਦੀ ਕਿਸਮ। ਸੋ ਗਤੀ ਦੀ ਉਦਾਹਰਣ ਦੇ ਨੀਚੇ ਕੁਛ ਇੱਕ ਗਤੀ ਦੀਆਂ ਉਦਾਹਰਨਾਂ ਦਿੱਤੀਆਂ ਹੋਈਆਂ, ਠੀਕ ਹੈ, ਵੱਖ-ਵੱਖ ਉਦਾਹਰਨਾਂ। ਤੁਸੀਂ ਕਰਨਾ ਕੀ ਹੈ ਕਿ ਇਹਨਾਂ ਉਦਾਹਰਨਾਂ ਦੇ ਸਾਹਮਣੇ ਲਿਖਣਾ ਹੈ ਕਿ ਇਹ ਗਤੀ ਦੀਆਂ ਕਿਹੜੀ ਕਿਸਮ ਹੈ। ਪਰ ਮੇਰੀ ਇੱਕ ਸਲਾਹ ਹੈ ਤੁਹਾਨੂੰ ਕਿ ਤੁਸੀਂ ਤੁੱਕਾ ਨਹੀਂ ਲਗਾਉਣਾ, ਕਿਸੇ ਨੂੰ ਪੁੱਛਣਾ ਨਹੀਂ ਹੈ। ਤੁਸੀਂ ਸਿਰਫ ਇੱਕ ਕੰਮ ਕਰਨਾ ਹੈ। ਜਦੋਂ ਅਸੀਂ ਪਹਿਲਾਂ ਗਤੀ ਦੀਆਂ ਉਦਾਹਰਨਾਂ ਜਾਂ ਗਤੀ ਦੀਆਂ ਕਿਸਮਾਂ ਬਾਰੇ ਸਿੱਖਿਆ ਤਾਂ ਉਹਨਾਂ ਦੇ ਜਦੋਂ ਅਸੀਂ ਵੀਡੀਓ ਦੇਖੇ ਜਾਂ ਕੋਈ ਫੋਟੋਆਂ ਵੇਖੀਆਂ, ਉਹਨਾਂ ਨੂੰ ਆਪਣੇ ਦਿਮਾਗ ਦੇ ਵਿੱਚ ਇੱਕ ਇਮੈਜੀਨੇਸ਼ਨ ਦੇ ਤੌਰ 'ਤੇ ਲੈ ਕੇ ਆਉਣਾ ਹੈ। ਮਤਲਬ ਤੁਹਾਡੇ ਦਿਮਾਗ ਦੇ ਵਿੱਚ ਉਹ ਪਿਕਚਰ ਚੱਲਣੀ ਚਾਹੀਦੀ ਹੈ, ਉਹ ਫੋਟੋ ਚੱਲਣੀ ਚਾਹੀਦੀ ਹੈ। ਔਰ ਜਦੋਂ ਉਹ ਫੋਟੋ ਚੱਲੇਗੀ ਤਾਂ ਸਾਹਮਣੇ ਜੋ ਸਕਰੀਨ ਦੇ ਉੱਤੇ ਗਤੀ ਦੀ ਉਦਾਹਰਣ ਹੈ, ਉਸ ਨਾਲ ਤੁਸੀਂ ਮਿਲਾ ਕੇ ਵੇਖਣਾ ਉਹਨੂੰ। ਜਦੋਂ ਵੀ ਵਿਗਿਆਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਰੋਗੇ ਕਿ ਤੁਹਾਡੇ ਅਧਿਆਪਕ ਸਾਹਿਬਾਨ ਨੇ ਜੋ ਤੁਹਾਨੂੰ ਸਿਖਾਇਆ ਹੈ, ਉਸ ਦੀ ਤੁਹਾਡੇ ਦਿਮਾਗ ਦੇ ਵਿੱਚ ਇੱਕ ਪਿਕਚਰ ਬਣ ਜਾਏ, ਫੋਟੋ ਬਣ ਜਾਏ, ਔਰ ਤੁਸੀਂ ਫਿਰ ਉਸ ਨੂੰ ਆਪਣੇ ਆਲੇ ਦੁਆਲੇ ਦੇ ਨਾਲ ਮਿਲਾਓ, ਤਾਂ ਤੁਹਾਡਾ ਉੱਤਰ ਕਦੀ ਵੀ ਗਲਤ ਨਹੀਂ ਹੋ ਸਕਦਾ। ਤੇ ਚਲੋ ਸ਼ੁਰੂ ਕਰਦੇ ਹਾਂ। ਪਹਿਲਾ ਹੈ ਮਾਰਚ ਪਾਸਟ ਕਰਦੇ ਸੈਨਿਕ। ਹੁਣ ਵਿਦਿਆਰਥੀਓ, ਇੱਥੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਾਰਚ ਪਾਸਟ ਕਰਦੇ ਹੋਏ ਸੈਨਿਕ ਹੁੰਦੇ ਕਿਹੜੇ ਹੈ। ਤਾਂ ਹੀ ਤਾਂ ਇੱਕ ਪਿਕਚਰ ਆਏਗੀ ਨਾ ਦਿਮਾਗ ਦੇ ਵਿੱਚ। ਤੁਸੀਂ ਕਦੀ 26 ਜਨਵਰੀ ਜਾਂ 15 ਅਗਸਤ ਦੇ ਵਿੱਚ ਸਟੇਡੀਅਮ ਜਾਂ ਖੇਡ ਦੇ ਗਰਾਊਂਡ ਦੇ ਵਿੱਚ ਦੇਖੇ ਹੋਣੇ ਆ ਸੈਨਿਕ, ਬਿਲਕੁਲ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹਨ। ਉਹਨਾਂ ਨੂੰ ਅਸੀਂ ਮਾਰਚ ਪਾਸਟ ਕਹਿੰਦੇ ਹਾਂ। ਹੁਣ ਇਸ ਨੂੰ, ਉਸ ਪਿਕਚਰ ਨੂੰ ਅਸੀਂ ਜੋ ਪਹਿਲਾਂ ਗਤੀ ਦੀਆਂ ਉਦਾਹਰਨਾਂ ਦੇਖੀਆਂ ਉਹਨਾਂ ਦੇ ਨਾਲ ਮਿਲਾ ਕੇ ਦੇਖੋ। ਇੱਕ ਕਲਪਨਾ ਦੇ ਵਿੱਚ ਆਪਣੇ ਕਿਹਦੇ ਨਾਲ ਮੇਲ ਖਾਂਦੀਆਂ? ਸਾਈਕਲ ਦੇ ਘੁੰਮਦੇ ਹੋਏ ਚੱਕੇ ਨਾਲ ਤਾਂ ਨਹੀਂ ਨਾ ਮੇਲ ਖਾਂਦੀ ਉਹਨਾਂ ਦੀ ਗਤੀ। ਦੂਜੀ ਘੜੀ ਦੇ ਪੈਂਡੂਲਮ ਦੇ ਨਾਲ ਵੀ ਕੋਈ ਮੇਲ ਨਹੀਂ ਖਾਂਦੀ। ਤਾਂ ਫਿਰ ਕਿਹੜੀ ਰਹਿ ਗਿਆ ਲਾਸਟ ਦੇ ਵਿੱਚ? ਇੱਕ ਵੀਡੀਓ। ਬਿਲਕੁਲ ਠੀਕ, ਉਹ ਜੋ ਜਿੱਥੇ ਅਸੀਂ ਇੱਕ ਟਰੱਕ ਨੂੰ ਪੁਲ ਦੇ ਉੱਤੇ ਜਾਂਦੇ ਵੇਖਿਆ ਸੀ, ਸਕੂਟਰ ਨੂੰ ਵੀ ਜਾਂਦੇ ਦੇਖਿਆ, ਸਾਈਕਲ ਵਾਲੇ ਬੰਦੇ ਨੂੰ ਵੀ ਜਾਂਦੇ ਦੇਖਿਆ। ਤੇ ਕਿਹੜੀ ਗਤੀ ਸੀ ਉਹ? ਬਿਲਕੁਲ ਸਰਲ ਰੇਖੀ ਗਤੀ ਸੀਗੀ, ਕਿਉਂਕਿ ਉਹ ਬਿਲਕੁਲ ਸਿੱਧੀ ਰੇਖਾ ਦੇ ਵਿੱਚ ਗਤੀ ਕਰ ਰਹੇ ਸਨ। ਸੋ ਮਾਰਚ ਪਾਸਟ ਕਰਦੇ ਹੋਏ ਸੈਨਿਕ ਕਿਹੜੀ ਗਤੀ ਕਰਦੇ ਹਨ? ਸਰਲ ਰੇਖੀ ਗਤੀ। ਹੁਣ ਦੂਸਰੀ ਹੈ ਸਿੱਧੀ ਸੜਕ ਤੇ ਚੱਲਦੀ ਹੋਈ ਬੈਲ ਗੱਡੀ। ਬੈਲ ਗੱਡੀ ਦਾ ਮਤਲਬ ਗੱਡਾ ਵਗੈਰਾ ਵੀ ਕਹਿ ਦਿੰਦੇ ਆਪਾਂ ਕਈਆਂ ਜਗ੍ਹਾ ਦੇ ਵਿੱਚ। ਤਾਂ ਇੱਥੇ ਤਾਂ ਬਿਲਕੁਲ ਸਾਫ਼ ਹੀ ਲਿਖਿਆ ਹੋਇਆ ਸਿੱਧੀ ਸੜਕ ਤੇ ਚੱਲਦੀ ਹੋਈ ਬੈਲ ਗੱਡੀ ਇੱਕ ਸਰਲ ਰੇਖਾ ਦੇ ਵਿੱਚ ਚੱਲ ਰਹੀ ਹੈ। ਉਹ ਸਰਲ ਰੇਖਾ ਦੇ ਮੁਤਾਬਕ ਗਤੀ ਕਰ ਰਹੀ ਹੈ। ਤਾਂ ਕਿਹੜੀ ਗਤੀ ਹੋਗੀ? ਉਹ ਸਰਲ ਰੇਖੀ ਗਤੀ ਦੇ ਵਿੱਚ। ਹੁਣ ਦੌੜਾਕ ਦੇ ਹੱਥਾਂ ਦੀ ਗਤੀ, ਤੀਸਰੇ ਲੜੀ ਨੰਬਰ ਤੇ ਦੇਖੋ ਧਿਆਨ ਨਾਲ। ਦੌੜਾਕ ਕੌਣ ਹੁੰਦਾ ਹੈ? ਦੌੜਨ ਵਾਲਾ। ਤੁਸੀਂ ਵੀ ਜਦੋਂ ਰੇਸਾਂ ਦੇ ਵਿੱਚ ਭਾਗ ਲੈਂਦੇ ਹੋ, ਦੌੜ ਦੇ ਵਿੱਚ ਭਾਗ ਲੈਂਦੇ ਹੋ, ਤਾਂ ਤੁਹਾਨੂੰ ਵੀ ਤਾਂ ਦੌੜਾਕ ਹੀ ਕਵਾਂਗੇ। ਹੁਣ ਆਪਣੇ ਦਿਮਾਗ ਦੇ ਵਿੱਚ ਇੱਕ ਪਿਕਚਰ ਬਣਾਓ ਕਿ ਜਦੋਂ ਤੁਸੀਂ ਦੌੜ ਰਹੇ ਹੋ ਤਾਂ ਤੁਹਾਡੇ ਹੱਥ ਕਿੱਦਾਂ ਗਤੀ ਕਰਦੇ ਹੈ, ਅੱਗੇ ਪਿੱਛੇ ਨੂੰ, ਬਿਲਕੁਲ ਬਰਾਬਰ ਟਾਈਮ ਦੇ ਉੱਤੇ। ਹੁਣ ਮਿਲਾਓ ਉਦਾਹਰਨ ਦੇ ਨਾਲ ਇਹਨੂੰ। ਇਹ ਤੁਹਾਡੇ ਅੱਜ ਦਿਮਾਗ ਦੀ ਪ੍ਰੈਕਟਿਸ ਹੈ। ਇਸੇ ਤਰੀਕੇ ਨਾਲ ਤੁਸੀਂ ਵਿਗਿਆਨ ਸਿੱਖ ਸਕਦੇ ਹੋ। ਆਪਣੇ ਹੱਥਾਂ ਦੀ ਗਤੀ ਨੂੰ, ਜੋ ਪਹਿਲਾਂ ਆਪਾਂ ਵੀਡੀਓ ਦੇਖੇ ਸੀ ਗਤੀ ਦੀ ਕਿਸਮ ਵਿੱਚ, ਉਸ ਨਾਲ ਮਿਲਾ ਕੇ ਵੇਖੋ ਕਿਹਦੇ ਨਾਲ ਮੇਲ ਖਾਂਦੇ ਆ। ਬਿਲਕੁਲ ਦੇਖੋ ਧਿਆਨ ਨਾਲ। ਇਹ ਜਿਹੜਾ ਮੇਰੇ ਸਾਹਮਣੇ ਬੈਠਾ ਹੋਇਆ ਬੱਚਾ, ਇਹ ਜਵਾਬ ਦੇ ਰਿਹਾ ਕੁਝ। ਹਾਂ ਬਿਲਕੁਲ ਠੀਕ, ਇਹ ਮੇਲ ਖਾ ਰਹੇ ਹਨ ਘੜੀ ਦੇ ਪੈਂਡੂਲਮ ਦੇ ਨਾਲ। ਦੇਖਿਆ ਸੀ ਤੁਸੀਂ ਘੜੀ ਦਾ ਪੈਂਡੂਲਮ?
ਇੱਕ ਨਿਸ਼ਚਿਤ ਸਮੇਂ ਅੰਤਰਾਲ ਤੋਂ ਬਾਅਦ ਆਪਣੀ ਗਤੀ ਨੂੰ ਦੁਹਰਾ ਲੈਂਦਾ ਹੈ, ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ। ਉਸੇ ਤਰ੍ਹਾਂ ਹੀ ਤਾਂ ਹੱਥ ਕੰਮ ਕਰਦੇ ਆ, ਹੱਥਾਂ ਦੀ ਗਤੀ ਹੁੰਦੀ ਹੈ ਦੌੜਾਕ ਦੀ। ਸੋ ਕਿਹੜੀ ਗਤੀ ਹੋਈ? ਹਾਂਜੀ ਬੱਚਿਓ ਬੋਲੋ। ਚੱਕਰਾਕਾਰ ਗਤੀ? ਨਹੀਂ 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 ਨਹੀਂ, ਇਹ ਸਾਹਮਣੇ ਵਾਲਾ ਵਿਦਿਆਰਥੀ ਇਹੀ ਕਹੀ ਜਾ ਰਿਹਾ ਚੱਕਰਾਕਾਰ ਗਤੀ। ਨਹੀਂ, ਕਲਪਨਾ ਲਾਓ। ਹਾਂ, ਇਸ ਦਾ ਜਵਾਬ ਆ ਰਿਹਾ, ਕਹਿੰਦਾ ਨਹੀਂ ਮਾਸਟਰ ਜੀ ਮੈਂ ਚੱਕਰਾਕਾਰ ਗਤੀ ਨਹੀਂ ਕਹੀ, ਮੈਂ ਤੇ ਕਿਹਾ ਕਿ ਇਹ ਆਵਰਤੀ ਗਤੀ ਹੈ। ਬਿਲਕੁਲ ਠੀਕ, ਦੌੜਾਕ ਦੇ ਹੱਥਾਂ ਦੀ ਗਤੀ ਕਿਹੜੀ ਹੋਏਗੀ? ਆਵਰਤੀ ਗਤੀ। ਚੌਥੇ ਲੜੀ ਨੰਬਰ ਤੇ ਚਲਦੇ ਸਾਈਕਲ ਦੇ ਪੈਡਲ ਦੀ ਗਤੀ। ਹੁਣ ਚਲਦੇ ਹੋਏ ਸਾਈਕਲ ਦੇ ਪੈਡਲ ਦੀ ਗਤੀ, ਜਿੱਥੇ ਤੁਸੀਂ ਪੈਰ ਰੱਖਦੇ ਹੋ, ਕਦੀ ਕਲਪਨਾ ਕਰੋ, ਉਹਨੂੰ ਦਿਮਾਗ ਦੇ ਵਿੱਚ ਪਿਕਚਰ ਲਿਆਓ, ਕਦੀ ਘੁਮਾ ਕੇ ਵੀ ਵੇਖ ਲਿਓ ਪੈਡਲ ਨੂੰ, ਕੀ ਹੁੰਦਾ ਉੱਥੇ। ਉਹ ਪੈਡਲ ਜਿਹੜਾ ਹੈ, ਜਿੱਥੇ ਤੁਸੀਂ ਪੈਰ ਰੱਖਿਆ, ਉਹ ਧੁਰੇ ਤੋਂ ਕੀ ਹੈ, ਬਰਾਬਰ ਦੂਰੀ ਦੇ ਉੱਤੇ। ਕਦੀ ਹੋਇਆ ਕਿ ਛੋਟਾ ਤੇ ਵੱਡਾ ਹੋਵੇ? ਨਹੀਂ ਹੋਇਆ ਨਾ। ਤਾਂ ਫਿਰ ਕੀ ਹੋ ਗਿਆ ਏ? ਉਹ ਜਿਹੜਾ ਪੈਡਲ ਹੈ ਇੱਕ ਧੁਰੇ ਤੋਂ ਜਾਂ ਇੱਕ ਨਿਸ਼ਚਿਤ ਬਿੰਦੂ ਤੋਂ ਬਰਾਬਰ ਦੂਰੀ ਤੇ ਹੈ। ਜਦੋਂ ਉਹ ਬਰਾਬਰ ਦੂਰੀ ਤੇ ਹੈ ਤਾਂ ਫਿਰ ਇਹ ਗਤੀ ਕਿਹੜੀ ਹੋਈ? ਚੱਕਰਾਕਾਰ ਗਤੀ। ਸ਼ਾਬਾਸ਼, ਬਹੁਤ ਵਧੀਆ। ਸੂਰਜ ਦੇ ਚਾਰੇ ਪਾਸੇ ਧਰਤੀ ਦੀ ਗਤੀ, ਇਹ ਤਾਂ ਬਹੁਤ ਆਸਾਨ ਹੈ। ਮੈਨੂੰ ਪਤਾ ਹੁਣ ਤੁਹਾਡਾ ਦਿਮਾਗ ਵੀ ਚੱਲਣ ਲੱਗ ਪਿਆ, ਤੁਹਾਡੇ ਦਿਮਾਗ ਦੇ ਵਿੱਚ ਉਹ ਫੋਟੋਆਂ ਵੀ ਆਉਣ ਲੱਗ ਪਈਆਂ, ਪਿਕਚਰ ਵੀ ਆਉਣ ਲੱਗ ਪਈ ਹੈ, ਵੀਡੀਓ ਵੀ ਆਉਣ ਲੱਗ ਪਏ ਹੈ। ਧਰਤੀ ਵੀ ਤੁਹਾਨੂੰ ਲੱਭ ਰਹੀ ਹੈ ਸੂਰਜ ਦੇ ਆਲੇ ਦੁਆਲੇ ਚੱਕਰ ਲਗਾਉਂਦੀ ਹੋਈ। ਕਿਹੜੀ ਗਤੀ ਹੈ? ਚੱਕਰਾਕਾਰ। ਵੈਰੀ ਗੁੱਡ। ਹਾਂ, ਤਾਂ 6ਵਾਂ ਨੰਬਰ ਲੜੀ ਦਾ ਝੂਲੇ ਦੀ ਗਤੀ। ਝੂਲੇ ਦੀ ਗਤੀ ਕਿਹੜੀ ਹੋਏਗੀ? ਦੇਖੋ ਹਾਂ ਜਰਾ, ਜਦੋਂ ਸਾਇੰਸ ਸਿਟੀ ਜਾਂਦੇ ਹੋ ਤਾਂ ਬਹੁਤ ਸਾਰੇ ਝੂਲੇ ਲੈਂਦੇ ਆ ਬੱਚੇ। ਮੇਲੇ 'ਚ ਜਾਂਦੇ ਹੋ ਤਾਂ ਜਿੱਦ ਕਰਦੇ ਹੋ, ਮਾਂ ਪਿਓ ਦੇ ਨਾਲ ਵੀ ਤੇ ਮਾਮਿਆਂ ਨਾਲ ਵੀ। ਕਰਦੇ ਕੀ ਹੋ? ਇੱਕ ਬੱਚਾ ਪਿੱਛੋਂ ਧੱਕਾ ਦਿੰਦਾ ਹੈ, ਝੂਲਾ ਅੱਗੇ ਜਾਂਦਾ ਹੈ, ਫਿਰ ਪਿੱਛੇ ਆ ਜਾਂਦਾ ਹੈ, ਫਿਰ ਅੱਗੇ ਜਾਂਦਾ ਹੈ, ਫਿਰ ਪਿੱਛੇ ਆ ਜਾਂਦਾ ਹੈ। ਇਹ ਕੀ ਹੋ ਰਿਹਾ ਹੈ? ਨਿਸ਼ਚਿਤ ਸਮਾਂ ਅੰਤਰਾਲ ਤੋਂ ਬਾਅਦ ਆਪਣੇ ਆਪ ਨੂੰ ਦੁਹਰਾ ਰਿਹਾ ਨਾ ਗਤੀ ਨੂੰ। ਕਿਹਦੇ ਨਾਲ ਮੇਲ ਖਾਦਾ ਇਹਨੇ? ਘੜੀ ਦੇ ਪੈਂਡੂਲਮ ਦੇ ਨਾਲ। ਤੇ ਘੜੀ ਦਾ ਪੈਂਡੂਲਮ ਕਿਹੜੀ ਗਤੀ ਕਰ ਰਿਹਾ ਸੀ? ਆਵਰਤੀ ਗਤੀ। ਸ਼ਾਬਾਸ਼, ਆਵਰਤੀ ਗਤੀ ਕਰ ਰਿਹਾ ਸੀ। ਸੋ ਝੂਲੇ ਦੀ ਗਤੀ ਕਿਹੜੀ ਗਤੀ ਹੋ ਗਈ? ਆਵਰਤੀ ਗਤੀ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਕਰਨਾ ਕੀ ਹੈ ਕਿ ਇਹ ਸਾਰਣੀ ਤਿਆਰ ਕਰ ਲੈਣੀ ਹੈ ਅਤੇ ਇਸ ਦੇ ਸੰਬੰਧ ਦੇ ਵਿੱਚ ਜੋ ਗਤੀ ਦੀਆਂ ਉਦਾਹਰਨਾਂ ਦਿੱਤੀਆਂ ਹਨ, ਇਹਨਾਂ ਦੀਆਂ ਕਿਸਮਾਂ ਸਾਹਮਣੇ ਲਿਖਣੀਆਂ ਹਨ ਅਤੇ ਆਪਣੇ ਅਧਿਆਪਕ ਸਾਹਿਬਾਨ ਜਾਂ ਘਰ ਦੇ ਵਿੱਚ ਕੋਈ ਵੀ ਵੱਡਾ ਹੈ ਉਸ ਕੋਲੋਂ ਚੈੱਕ ਜ਼ਰੂਰ ਕਰਵਾਉਣੀਆਂ ਹਨ, ਤਾਂ ਹੀ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਕਾਬਿਲ ਹੋ ਸਕੋਗੇ। ਹਾਂਜੀ ਵਿਦਿਆਰਥੀਓ, ਆ ਸਕਰੀਨ ਦੇ ਉੱਤੇ ਵੀਡੀਓ ਨੂੰ ਵੇਖ ਕੇ ਕੀ ਖਿਆਲ ਆ ਰਿਹਾ? ਤੁਸੀਂ ਕਹਿਣਾ ਕਿ ਮਾਸਟਰ ਜੀ ਨੇ ਵੀ ਉਹੀ ਸਵਾਲ ਦੁਬਾਰਾ ਪੁੱਛ ਲਿਆ ਤੇ ਉੱਤਰ ਵੀ ਤੇ ਪਹਿਲੇ ਵਾਲਾ ਹੀ ਹੋਇਆ ਕਿ ਟਰੱਕ ਸਰਲ ਰੇਖਾ ਦੇ ਵਿੱਚ ਗਤੀ ਕਰ ਰਿਹਾ ਹੈ। ਪਰ ਕੁਝ ਹਟ ਕੇ ਵੀ ਤਾਂ ਸੋਚਣਾ ਚਾਹੀਦਾ ਸਾਨੂੰ। ਕਈ ਵਾਰ ਵਿਗਿਆਨ ਇਹੀ ਤਾਂ ਦੱਸਦਾ ਹੈ ਸਾਨੂੰ। ਇਹ ਸਾਈਕਲ ਵਾਲੇ ਨੂੰ ਜਾਂ ਕਾਰ ਵਾਲੇ ਨੂੰ ਵੇਖ ਕੇ ਕੋਈ ਖਿਆਲ ਨਹੀਂ ਆਉਂਦਾ ਤੁਹਾਡੇ ਦਿਮਾਗ ਦੇ ਵਿੱਚ? ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋਏ ਕਿਸੇ ਦੂਸਰੇ ਤੋਂ ਅੱਗੇ ਨਿਕਲ ਜਾਂਦੇ ਹੋ ਤਾਂ ਕੀ ਕਹਿੰਦੇ ਹੋ ਕਿ ਮੈਂ ਤੇਰੇ ਨਾਲੋਂ ਤੇਜ਼ ਚੱਲ ਰਿਹਾ ਤੇ ਤੂੰ ਮੇਰੇ ਨਾਲੋਂ ਹੌਲੀ ਚੱਲ ਰਿਹਾ ਹੈ। ਇੱਥੇ ਵੀ ਤੇ ਉਹੀ ਹੋ ਰਿਹਾ ਹੈ। ਕਾਰ ਤੇਜ਼ ਚੱਲ ਰਹੀ ਹੈ ਤੇ ਸਾਈਕਲ ਵਾਲਾ ਹੌਲੀ ਚੱਲ ਰਿਹਾ ਹੈ। ਇਹ ਸਾਡੀ ਆਮ ਬੋਲਚਾਲ ਦੀ ਭਾਸ਼ਾ ਹੈ। ਜੇ ਹੁਣ ਇਹ ਸਕੂਟਰ ਵਾਲਾ ਸਾਈਕਲ ਵਾਲੇ ਤੋਂ ਅੱਗੇ ਨਿਕਲ ਜਾਏ ਤਾਂ ਅਸੀਂ ਵਿਗਿਆਨਿਕ ਭਾਸ਼ਾ ਦੇ ਵਿੱਚ ਕੀ ਕਵਾਂਗੇ ਕਿ ਸਕੂਟਰ ਤੇਜ਼ ਗਤੀ ਨਾਲ ਚੱਲ ਰਿਹਾ ਹੈ ਤੇ ਸਾਈਕਲ ਵਾਲੇ ਦੀ ਗਤੀ ਧੀਮੀ ਗਤੀ ਹੈ। ਇਸੇ ਤਰ੍ਹਾਂ ਕਈ ਵਾਹਨ ਵੀ ਨਿਕਲਦੇ ਹਨ। ਜੇ ਹੁਣ ਇੱਕ ਟਰੱਕ ਆਵੇ ਤੇ ਜੇ ਇਹਨਾਂ ਸਾਰਿਆਂ ਤੋਂ ਹੀ ਅੱਗੇ ਨਿਕਲ ਜਾਵੇ ਤੇ ਅਸੀਂ ਕੀ ਕਵਾਂਗੇ? ਟਰੱਕ ਦੀ ਗਤੀ ਸਭ ਤੋਂ ਤੇਜ਼ ਹੈ ਤੇ ਸਾਈਕਲ ਵਾਲੇ ਜਾਂ ਸਕੂਟਰ ਵਾਲੇ ਦੀ ਗਤੀ ਉਸ ਤੋਂ ਧੀਮੀ ਗਤੀ ਹੈ। ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੁਝ ਵਾਹਨ ਤੇਜ਼ ਗਤੀ ਨਾਲ ਚੱਲਦੇ ਹਨ ਤੇ ਕੁਝ ਧੀਮੀ ਗਤੀ ਦੇ ਨਾਲ ਚੱਲਦੇ ਹਨ। ਚਲੋ ਅਸੀਂ ਇੱਕ ਕਾਗਜ਼ ਅਤੇ ਪੈਨ ਦੀ ਮਦਦ ਦੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਧੀਮੀ ਗਤੀ ਅਤੇ ਤੇਜ਼ ਗਤੀ ਕੀ ਹੁੰਦੀ ਹੈ। ਚਲੋ ਆਓ ਸਮਝੀਏ। ਮੈਂ ਸੋਚਿਆ ਕਿ ਧੀਮੀ ਗਤੀ ਅਤੇ
ਤੇਜ਼ ਗਤੀ ਬਾਰੇ ਕਾਗਜ਼ ਦੇ ਉੱਤੇ ਸਮਝਣ ਤੋਂ ਪਹਿਲਾਂ ਤੁਹਾਡੇ ਨਾਲ ਕਿਉਂ ਨਾ ਇੱਕ ਗੱਲ ਸਾਂਝੀ ਕਰ ਲਈ ਜਾਵੇ। ਇਹ ਗੱਲ ਸ਼ਾਇਦ ਤੁਹਾਡੇ ਨਾਲ ਵੀ ਕਦੀ ਨਾ ਕਦੀ ਹੋਈ ਹੋਏਗੀ ਜ਼ਰੂਰ। ਹੁੰਦਾ ਕੀ ਰਿਹਾ ਕਿ ਜਦੋਂ ਵੀ ਮੈਂ ਬੱਸ ਦੇ ਵਿੱਚ ਜਾਂ ਕਾਰ ਦੇ ਵਿੱਚ ਕਿਸੇ ਥਾਂ ਦੇ ਉੱਤੇ ਜਾਣ ਲਈ ਬੈਠਣਾ ਨਾ, ਤੇ ਮੇਰੇ ਬੱਚਿਆਂ ਨੇ ਥੋੜੀ ਦੇਰ ਬਾਅਦ ਹੀ ਪ੍ਰਸ਼ਨ ਕਰਨਾ ਸ਼ੁਰੂ ਕਰ ਦੇਣਾ ਕਿ ਪਾਪਾ ਹੋਰ ਕਿੰਨੀ ਦੇਰ ਲੱਗੇਗੀ, ਕਦੋਂ ਪਹੁੰਚਾਂਗੇ, ਕਿੰਨੀ ਦੂਰ ਹੈ। ਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਜਵਾਬ ਦੇਣਾ ਕਿ ਆਪਾਂ ਕੋਈ ਗੱਲ ਨਹੀਂ ਬੇਟਾ, ਬਹੁਤ ਜਲਦੀ ਪਹੁੰਚ ਜਾਵਾਂਗੇ, ਬਸ ਥੋੜਾ ਹੀ ਟਾਈਮ ਰਹਿ ਗਿਆ। ਤੁਸੀਂ ਵੀ ਇਹੋ ਜਿਹੇ ਪ੍ਰਸ਼ਨ ਆਪਣੇ ਮਾਪੇ ਨਾਲ ਕੀਤੇ ਹੋਣਗੇ, ਪਰ ਕਦੀ ਤੁਸੀਂ ਸੋਚਿਆ ਇਸ ਨੂੰ ਆਪਣੇ ਧਿਆਨ ਨਾਲ ਅਗਰ ਸੋਚੀਏ ਇਹ ਤਾਂ ਵਿਗਿਆਨ ਨਾਲ ਜੁੜੇ ਹੋਏ ਆ। ਬਿਨਾਂ ਪੜ੍ਹਿਆ ਹੀ ਤੁਹਾਨੂੰ ਦੂਰੀ ਦਾ ਵੀ ਪਤਾ ਸੀਗਾ, ਸਮੇਂ ਦਾ ਵੀ ਪਤਾ ਸੀਗਾ, ਫਿਰ ਤੁਸੀਂ ਇਹ ਵੀ ਪ੍ਰਸ਼ਨ ਕਰਦੇ ਰਹੇ ਹੋਣਗੇ ਥੋੜਾ ਤੇਜ਼ ਚੱਲੋ, ਤੇਜ਼ ਕਿਉਂ ਨਹੀਂ ਚੱਲ ਰਿਹਾ ਬੱਸ ਵਾਲਾ। ਤੇ ਇਹਦੇ ਵਿੱਚ ਤਿੰਨ ਚੀਜ਼ਾਂ ਆਈਆਂ। ਪਹਿਲਾ ਪ੍ਰਸ਼ਨ ਕੀ ਸੀਗਾ? ਕਦੋਂ ਪਹੁੰਚਾਂਗੇ। ਕਦੋਂ ਪਹੁੰਚਣ ਦਾ ਮਤਲਬ ਕੀ ਹੋ ਗਿਆ? ਟਾਈਮ, ਕਦੋਂ ਪਹੁੰਚਾਂਗੇ। ਇੱਕ ਛੋਟਾ ਜਿਹਾ ਬੱਚਾ ਵੀ ਇਹ ਸਵਾਲ ਕਰ ਦਿੰਦਾ ਹੈ। ਤੇ ਇਹਦਾ ਮਤਲਬ ਹੈ ਪਹਿਲਾ ਕੰਮ ਆ ਗਿਆ ਟਾਈਮ ਦਾ। ਕਿੰਨੀ ਦੂਰ ਹੈ, ਕਿੰਨੀ ਦੂਰ ਦਾ ਮਤਲਬ ਦੂਰੀ ਵੀ ਆ ਗਈ ਪ੍ਰਸ਼ਨ ਦੇ ਵਿੱਚ। ਤੀਸਰਾ, ਇਹ ਹੌਲੀ ਕਿਉਂ ਚੱਲ ਰਿਹਾ ਹੈ, ਤੇਜ਼ ਕਿਉਂ ਨਹੀਂ ਚੱਲਦਾ। ਤੇਜ਼ ਚੱਲੇਗਾ ਆਪਾਂ ਜਲਦੀ ਪਹੁੰਚ ਜਾਵਾਂਗੇ। ਤੇ ਇਸ ਦਾ ਮਤਲਬ ਹੈ ਚਾਲ ਵੀ ਆ ਗਈ। ਅਸੀਂ ਬਿਨਾਂ ਪੜਿਆ ਹੀ ਤਿੰਨ ਚੀਜ਼ਾਂ ਪਹਿਲੇ ਹੀ ਸਿੱਖ ਲੀਆਂ, ਪਰ ਕਦੀ ਨੋਟ ਨਹੀਂ ਕੀਤੀਆਂ। ਕਿਹੜੀਆਂ ਕਿਹੜੀਆਂ? ਸਮਾਂ, ਦੂਰੀ, ਚਾਲ। ਪਿਆਰੇ ਵਿਦਿਆਰਥੀਓ, ਇਹਨਾਂ ਤਿੰਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਸੰਬੰਧ ਹੈ। ਬਸ ਇਹੀ ਸੰਬੰਧ ਅਸੀਂ ਕਾਗਜ਼ ਦੇ ਉੱਤੇ ਵੀ ਸਿੱਖਣਾ ਹੈ। ਚਲੋ ਧੀਮੀ ਗਤੀ ਅਤੇ ਤੇਜ਼ ਗਤੀ ਦੀ ਸਮਝਣ ਦੇ ਲਈ ਆਪਾਂ ਪਹਿਲਾ ਕੇਸ ਡਿਸਕਸ ਕਰੀਏ। ਇਹ ਸਾਡੇ ਕੋਲ ਇੱਕ ਸੜਕ ਹੈ, ਇੱਧਰ ਨੂੰ ਵੀ ਜਾ ਰਹੀ ਹੈ, ਦੂਸਰੇ ਪਾਸੇ ਨੂੰ ਵੀ, ਠੀਕ ਹੈ। ਇੱਥੇ ਦੋ ਬਿੰਦੂ ਹੈ, ਇਹ A ਤੇ AB। ਦੋਨਾਂ ਦੇ ਵਿਚਕਾਰ ਦੀ ਦੂਰੀ ਕਿੰਨੀ ਹੈ? 20 ਕਿਲੋਮੀਟਰ। ਕਿੰਨੀ ਦੂਰੀ ਹੈ? 20 ਕਿਲੋਮੀਟਰ। ਹੁਣ ਸਾਡੇ ਕੋਲ ਦੋ ਵਾਹਨ ਹੈ, ਇੱਕ ਹੈਗਾ X, ਦੂਸਰਾ ਕਿਹੜਾ? Y। X ਤੇ Y ਦੋ ਵਾਹਨ ਹੈ, ਦੋਨਾਂ ਨੇ A ਤੋਂ ਚੱਲਣਾ ਹੈ। A ਤੋਂ ਚੱਲ ਕੇ ਪੁੱਜਣਾ ਕਿੱਥੇ ਹੈ? B ਬਿੰਦੂ ਤੇ। ਤੇ B ਬਿੰਦੂ ਕਿੰਨੀ ਦੂਰ ਹੈ? 20 ਕਿਲੋਮੀਟਰ ਦੀ ਦੂਰੀ ਤੇ। ਹੁਣ ਮੰਨ ਲਓ ਇੱਕ ਵਾਹਨ ਜਿਹੜਾ ਪਹਿਲਾ X ਹੈ ਉਹ A ਤੋਂ ਚੱਲਦਾ ਹੈ ਤੇ B ਬਿੰਦੂ ਤੇ ਪਹੁੰਚਦਾ ਹੈ 10 ਮਿੰਟਾਂ ਦੇ ਵਿੱਚ। ਕਿੰਨੇ ਮਿੰਟਾਂ 'ਚ? 10 ਮਿੰਟ ਦੇ ਵਿੱਚ। ਕਿੰਨੇ ਮਿੰਟ ਹੋ ਗਏ? 10 ਮਿੰਟ ਦੇ ਵਿੱਚ ਪਹੁੰਚਦਾ ਹੈ। ਹੁਣ ਦੂਸਰਾ ਵਾਹਨ ਵੀ ਚੱਲ ਪੈਂਦਾ ਹੈ, Y ਵੀ ਉਸੇ ਟਾਈਮ ਦੇ ਉੱਤੇ, ਲੇਕਿਨ ਉਹ ਇੱਥੇ ਪਹੁੰਚਣ ਨੂੰ ਲਗਾ ਦਿੰਦਾ 20 ਮਿੰਟ। ਕਿੰਨੇ ਮਿੰਟ ਲੱਗ ਗਏ ਜੀ? 20 ਮਿੰਟ। ਵਿਦਿਆਰਥੀਓ, ਜੇ X ਵਾਹਨ ਹੈ, ਇਸਨੇ A ਤੋਂ B ਜੋ ਦੂਰੀ 20 ਕਿਲੋਮੀਟਰ ਦੀ ਸੀਗੀ ਉਸ ਨੂੰ ਪੂਰਾ ਕਰਨ ਵਿੱਚ 10 ਮਿੰਟ ਲਗਾਏ। ਉਸੇ ਤਰ੍ਹਾਂ Y ਵਾਹਨ ਨੇ ਇਸੇ ਦੂਰੀ ਨੂੰ ਪੂਰਾ ਕਰਨ ਲਈ ਕਿੰਨੇ ਮਿੰਟ ਲਗਾਏ? 20 ਮਿੰਟ। ਠੀਕ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ X ਵਾਹਨ ਨੇ 20 ਕਿਲੋਮੀਟਰ ਦੀ ਦੂਰੀ ਤੈਅ ਕਰਨ ਨੂੰ ਕਿੰਨੇ ਲਗਾਏ? 10 ਮਿੰਟ। ਸੋ ਇਹ ਟਾਈਮ ਜਿਹੜਾ ਹੈ ਉਹ 20 ਮਿੰਟਾਂ ਤੋਂ ਘੱਟ ਹੈ। ਇਸ ਦਾ ਮਤਲਬ ਇਹ ਹੋਇਆ ਕਿ ਦੂਰੀ ਅਸੀਂ ਕੀ ਕਰ ਲਈ ਸੀਗੀ? ਫਿਕਸ। ਉਸ ਫਿਕਸ ਦੂਰੀ ਨੂੰ ਤੈਅ ਕਰਨ ਦੇ ਵਿੱਚ ਜਿਹੜਾ ਵਾਹਨ ਘੱਟ ਸਮਾਂ ਲਗਾਏਗਾ ਉਹ ਤੇਜ਼ ਗਤੀ ਨਾਲ ਚੱਲ ਰਿਹਾ ਹੈ, ਅਤੇ ਜਿਹੜਾ ਵਾਹਨ ਉਸੇ ਹੀ ਦੂਰੀ ਨੂੰ ਤੈਅ ਕਰਨ ਦੇ ਵਿੱਚ ਵੱਧ ਸਮਾਂ ਲਗਾਏਗਾ ਉਹ ਕੀ ਹੋਏਗਾ? ਧੀਮੀ ਗਤੀ ਦੇ ਨਾਲ ਚੱਲ ਰਿਹਾ ਹੈ। ਹੁਣ ਵਿਦਿਆਰਥੀਓ, ਅਸੀਂ ਦੂਸਰਾ ਕੇਸ ਲੈਂਦੇ ਹਾਂ। ਪਹਿਲੇ ਕੇਸ ਦੇ ਵਿੱਚ ਅਸੀਂ ਕੀ ਕੀਤਾ ਸੀਗਾ? ਦੂਰੀ ਨੂੰ ਫਿਕਸ ਕਰ ਲਿਆ ਸੀਗਾ। ਹੁਣ ਅਸੀਂ ਦੂਸਰੇ ਕੇਸ ਦੇ ਵਿੱਚ ਸਮਾਂ ਫਿਕਸ ਕਰ ਲੈਂਦੇ ਹਾਂ। ਮਤਲਬ ਦੇਖਦੇ ਹਾਂ ਕਿ 1 ਘੰਟੇ ਦੇ ਵਿੱਚ ਜਾਂ 1 ਮਿੰਟ ਦੇ ਵਿੱਚ ਜਾਂ 10 ਮਿੰਟ ਦੇ ਵਿੱਚ ਕੋਈ ਦੋ ਵਾਹਨ ਕਿੰਨੀ ਦੂਰੀ ਤੈਅ ਕਰਦੇ ਹਨ। ਮੰਨ ਲਓ ਇਹ ਸਾਡਾ ਸਟਾਰਟਿੰਗ ਪੁਆਇੰਟ A ਹੈ, ਇੱਥੋਂ ਇੱਕ ਵਾਹਨ ਚੱਲਦਾ ਹੈ ਕੋਈ ਵੀ, ਉਹ 1 ਘੰਟੇ ਦੇ ਬਾਅਦ ਇਸ ਜਗ੍ਹਾ ਦੇ ਉੱਤੇ ਪਹੁੰਚਦਾ ਹੈ ਜੋ ਪੁਆਇੰਟ ਹੈ B। ਔਰ ਮੰਨ ਲੈਂਦੇ ਹਾਂ ਕਿ ਇਸ ਦੀ ਦੂਰੀ A ਤੋਂ ਕਿੰਨੀ ਹੈ? 60 ਕਿਲੋਮੀਟਰ। ਸਮਾਂ ਫਿਕਸ ਹੈ। ਇੱਕ ਵਾਹਨ X ਨੇ A ਤੋਂ ਚੱਲਿਆ ਤੇ B ਤੱਕ ਪਹੁੰਚਿਆ 1 ਘੰਟੇ ਦੇ ਵਿੱਚ ਕਿੰਨਾ? 60 ਕਿਲੋਮੀਟਰ। ਸੋ X ਵਾਹਨ 1 ਘੰਟੇ ਦੇ ਵਿੱਚ ਕਿੰਨੀ ਦੂਰੀ ਤੈਅ ਕਰਦਾ ਹੈ? 60 ਕਿਲੋਮੀਟਰ ਦੀ। ਹੁਣ ਮੰਨ ਲਓ ਦੂਸਰਾ ਵਾਹਨ ਹੈ Y, ਇਹ ਵੀ A ਤੋਂ ਹੀ ਚੱਲੇਗਾ ਅਤੇ ਵੇਖਦੇ ਹਾਂ ਕਿ A 1 ਘੰਟੇ ਦੇ ਵਿੱਚ ਕਿੰਨੀ ਦੂਰੀ ਤੈਅ ਕਰਦਾ ਹੈ, ਕਿਉਂਕਿ ਅਸੀਂ ਕੀ ਕੀਤਾ ਹੈ? ਸਮੇਂ ਨੂੰ ਫਿਕਸ ਕੀਤਾ ਹੈ।
ਮੰਨ ਲਓ ਇਹ C ਬਿੰਦੂ ਤੇ ਪਹੁੰਚਦਾ ਹੈ ਅਤੇ ਇਹ ਦੂਰੀ ਕਿੰਨੀ ਹੈ 40 ਕਿਲੋਮੀਟਰ ਦੀ। ਸੋ ਤੁਸੀਂ ਬਿਲਕੁਲ ਸਾਫ਼ ਦੇਖ ਰਹੇ ਹੋ ਕਿ X ਵਾਹਨ ਨੇ A ਤੋਂ B ਤੱਕ ਦੀ ਦੂਰੀ 1 ਘੰਟੇ 'ਚ ਤੈਅ ਕੀਤੀ, ਉਹ ਕਿੰਨੀ ਸੀਗੀ 60 ਕਿਲੋਮੀਟਰ ਦੀ। Y ਵਾਹਨ ਨੇ ਦੂਰੀ A ਤੋਂ C ਤੱਕ ਤੈਅ ਕੀਤੀ ਜੋ ਸੀਗੀ 40 ਕਿਲੋਮੀਟਰ ਦੀ, ਸਮਾਂ ਕਿੰਨਾ ਸੀਗਾ 1 ਘੰਟਾ। ਸੋ Y ਵਾਹਨ ਨੇ 40 ਕਿਲੋਮੀਟਰ ਦੀ ਦੂਰੀ ਤੈਅ ਕੀਤੀ 1 ਘੰਟੇ ਦੇ ਵਿੱਚ। ਸੋ ਦੋਨੋਂ ਨੂੰ ਅਗਰ ਕੰਪੇਅਰ ਕਰੀਏ, X ਕਿੰਨੀ ਦੂਰੀ ਕਰ ਰਿਹਾ ਹੈ 1 ਘੰਟੇ ਦੇ ਵਿੱਚ 60 ਕਿਲੋਮੀਟਰ ਦੀ, Y ਕਿੰਨੀ ਦੂਰੀ ਤੈਅ ਕਰ ਰਿਹਾ 1 ਘੰਟੇ ਦੇ ਵਿੱਚ 40 ਕਿਲੋਮੀਟਰ ਦੀ। ਬਿਲਕੁਲ ਸਾਫ਼ ਲੱਗ ਰਿਹਾ ਸਾਨੂੰ ਕਿਹੜਾ ਵਾਹਨ ਤੇਜ਼ ਚੱਲ ਰਿਹਾ ਹੈ, X ਵਾਲਾ। ਕਿਉਂ? ਕਿਉਂਕਿ ਉਹ 1 ਘੰਟੇ ਦੇ ਵਿੱਚ ਵੱਧ ਦੂਰੀ ਤੈਅ ਕਰ ਰਿਹਾ ਹੈ। ਦੂਸਰੇ ਕੇਸ ਦਾ ਤੁਹਾਨੂੰ ਯਾਦ ਹੈ ਜਿਸ ਦੇ ਵਿੱਚ ਅਸੀਂ ਟਾਈਮ ਨੂੰ ਫਿਕਸ ਕਰ ਲਿਆ ਸੀ, ਮਤਲਬ ਸਮਾਂ ਫਿਕਸ ਕੀਤਾ ਸੀ ਅਤੇ ਫਿਰ ਦੇਖਿਆ ਸੀ ਕਿ ਦੂਰੀ ਕਿੰਨੀ ਹੈ। ਸੋ ਚਾਲ ਦੀ ਪਰਿਭਾਸ਼ਾ ਕਰਨ ਦੇ ਲਈ ਅਸੀਂ ਹਮੇਸ਼ਾ ਸਮੇਂ ਨੂੰ ਫਿਕਸ ਕਰ ਲੈਂਦੇ ਹਾਂ। ਅਸੀਂ ਇਹ ਕਹਿੰਦੇ ਹਾਂ ਕਿ ਇਕਾਈ ਸਮੇਂ ਦੇ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਚਾਲ ਕਹਿੰਦੇ ਆ। ਇਕਾਈ ਸਮਾਂ ਮਤਲਬ 1 ਘੰਟਾ ਵੀ ਹੋ ਸਕਦਾ ਹੈ, 1 ਮਿੰਟ ਵੀ ਹੋ ਸਕਦਾ ਹੈ। ਉਸ ਦੇ ਵਿੱਚ ਕੋਈ ਵਸਤੂ ਜਿੰਨੀ ਦੂਰੀ ਤੈਅ ਕਰਦੀ ਹੈ ਉਸ ਨੂੰ ਉਸ ਵਸਤੂ ਦੀ ਕੀ ਕਹਿ ਦਿੰਦੇ ਆ ਅਸੀਂ, ਜਾਂ ਉਸ ਵਾਹਨ ਦੀ ਕੀ ਕਹਿ ਦਿੰਦੇ ਆ ਅਸੀਂ, ਚਾਲ ਕਹਿ ਦਿੰਦੇ ਆ। ਠੀਕ ਹੈ, ਇਕਾਈ ਸਮਾਂ ਦੇ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਕੀ ਕਹਿ ਦਿੰਦੇ ਆ ਅਸੀਂ, ਕੀ ਕਹਿੰਦੇ ਆ ਜੀ, ਬਿਲਕੁਲ ਦੱਸੋ, ਚਾਲ। ਸੋ ਚਾਲ ਕਿਹਦੇ ਬਰਾਬਰ ਹੋਗੀ, ਦੂਰੀ ਬਟਾ ਸਮਾਂ। ਇਹ ਫਾਰਮੂਲਾ ਹੈ ਸਾਡੇ ਕੋਲ ਚਾਲ ਦਾ। ਇਕਾਈ ਸਮੇਂ ਦੇ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਅਸੀਂ ਚਾਲ ਕਹਿੰਦੇ ਹਾਂ। A distance traveled per unit time is known as speed। ਠੀਕ ਹੈ ਜੀ। ਹੁਣ ਅਸੀਂ ਅਗਰ ਮੈਥ ਪੜਿਆ ਅਸੀਂ ਸਾਰਿਆਂ ਨੇ, ਅਗਰ ਕ੍ਰਾਸ ਮਲਟੀਪਲੀਕੇਸ਼ਨ ਕਰੀਏ ਤਾਂ ਅਸੀਂ ਇਸੇ ਫਾਰਮੂਲੇ ਦੇ ਨਾਲ ਸਮਾਂ ਵੀ ਨਿਕਾਲ ਸਕਦੇ ਹਾਂ, ਇਸੇ ਫਾਰਮੂਲੇ ਦੇ ਨਾਲ ਅਸੀਂ ਦੂਰੀ ਵੀ ਨਿਕਾਲ ਸਕਦੇ ਹਾਂ। ਕ੍ਰਾਸ ਮਲਟੀਪਲੀਕੇਸ਼ਨ ਕਰ ਦਈਏ, ਮੰਨ ਲਓ ਸਮੇਂ ਨੂੰ ਇੱਧਰ ਲੈ ਜਾਈਏ ਤਾਂ ਫਿਰ ਕੀ ਆ ਜਾਏਗਾ, ਇਹ ਦੂਰੀ ਬਟਾ ਚਾਲ। ਠੀਕ ਹੈ। ਹੁਣ ਦੂਰੀ ਨਿਕਾਲਣੀ ਹੋਵੇ ਤਾਂ ਫਿਰ ਕਿਸ ਤਰ੍ਹਾਂ ਨਿਕਲੇਗੀ, ਚਾਲ ਗੁਣਾ ਸਮਾਂ। ਵਿਦਿਆਰਥੀਓ, ਮੇਰੇ ਨੇ ਇੱਕ ਵਿਗਿਆਨ ਦੇ ਅਧਿਆਪਕ ਸਨ। ਇੱਕ ਵਾਰੀ ਅਸੀਂ ਕੀ ਹੋਇਆ ਕਿ ਉਹਨਾਂ ਦੇ ਨਾਲ ਇੱਕ ਟੂਰ ਤੇ ਗਏ ਤੇ ਜਦੋਂ ਅਸੀਂ ਬੱਸ ਦੇ ਵਿੱਚ ਬੈਠੇ ਹੋਏ ਤਾਂ ਥੋੜੀ ਦੇਰ ਬਾਅਦ ਨਾ ਉਹਨਾਂ ਨੇ ਸਾਨੂੰ ਕਿਹਾ ਕਿ ਬੱਸ ਦੀ ਸਪੀਡ ਨਾ 70 ਕਿਲੋਮੀਟਰ ਦੀ ਹੈ। ਅਸੀਂ ਬੜੇ ਹੈਰਾਨ ਹੋਏ ਕਿ ਯਾਰ 70 ਕਿਲੋਮੀਟਰ ਦੀ ਸਪੀਡ ਇਹਨਾਂ ਨੇ ਕਿੱਦਾਂ ਦੱਸਤੀ। ਨਾ ਤਾਂ ਇਹਨਾਂ ਨੇ ਡਰਾਈਵਰ ਕੋਲ ਜਾ ਕੇ ਮੀਟਰ ਦੇਖਿਆ ਵੀ ਉੱਥੇ ਇੱਕ ਸਪੀਡੋਮੀਟਰ ਹੁੰਦਾ ਹੈ ਨਾ, ਉਹਨੂੰ ਵੀ ਨਹੀਂ ਦੇਖਿਆ, ਤੇ ਨਾ ਕਿਸੇ ਕੋਲ ਪੁੱਛਿਆ, ਤੇ ਆਪਣੀ ਘੜੀ ਜੀ ਦੇਖ ਕੇ ਉਹਨਾਂ ਨੇ ਸਾਨੂੰ ਦੱਸ ਦਿੱਤਾ। ਅਸੀਂ ਬੜੇ ਹੈਰਾਨ ਹੋਣਾ। ਫਿਰ ਉਹਨਾਂ ਨੇ ਥੋੜੀ ਦੇਰ ਬਾਅਦ ਫਿਰ ਦੱਸ ਦੇਣਾ ਕਿ ਬੱਸ ਦੀ ਸਪੀਡ ਨਾ ਹੁਣ 50 ਕਿਲੋਮੀਟਰ ਦੀ ਹੈ, ਪ੍ਰਤੀ ਘੰਟੇ ਨਾਲ ਚੱਲ ਰਹੀ ਹੈ। ਅਸੀਂ ਫਿਰ ਬੜੇ ਹੈਰਾਨ। ਫਿਰ ਉਹਨਾਂ ਨੇ ਬਾਅਦ ਦੇ ਵਿੱਚ ਸਾਨੂੰ ਸਮਝਾਇਆ ਕਿ ਬੇਟਾ, ਸਮਾਂ, ਦੂਰੀ ਤੇ ਚਾਲ ਦੋਨਾਂ ਦਾ ਆਪਸੀ ਸੰਬੰਧ ਹੁੰਦਾ ਹੈ। ਜਦੋਂ ਇਹ ਬੱਸ ਚੱਲ ਰਹੀ ਹੈ ਤਾਂ ਮੈਂ ਸੜਕ ਦੇ ਕਿਨਾਰੇ ਲੱਗੇ ਹੋਏ ਮਾਈਲਸਟੋਨ ਹੁੰਦੇ ਆ, ਤੁਸੀਂ ਦੇਖੇ ਹੋਣੇ, ਪੱਥਰ ਲਿਖੇ ਲੱਗੇ ਹੁੰਦੇ ਆ, ਸਾਈਨ ਲੱਗੇ ਹੁੰਦੇ ਆ ਕਿ ਜਲੰਧਰ 50 ਕਿਲੋਮੀਟਰ, ਪਠਾਨਕੋਟ 100 ਕਿਲੋਮੀਟਰ, ਗੁਰਦਾਸਪੁਰ 40 ਕਿਲੋਮੀਟਰ। ਇਹ ਸਾਰੇ ਨਿਸ਼ਾਨ ਲੱਗੇ ਹੋਏ ਆ। ਕਹਿੰਦੇ ਮੈਂ ਜਦੋਂ ਚੱਲ ਰਹੀ ਹੈ ਬਸ ਇਹਨੂੰ ਪੜ੍ਹਦਾ ਹੈ ਔਰ ਫਿਰ ਆਪਣੀ ਘੜੀ ਦਾ ਟਾਈਮ ਨੋਟ ਕਰਦਾ ਹੈ, ਔਰ ਜੋ ਫਿਰ ਉਸ ਤੋਂ ਬਾਅਦ ਮੈਂ ਫਾਰਮੂਲਾ ਲਗਾ ਕੇ ਤੁਹਾਨੂੰ ਮੈਂ ਦੱਸ ਦੇਣਾ ਕਿ ਬੱਸ ਦੀ ਚਾਲ ਕਿੰਨੀ ਹੈ। ਸੋ ਵਿਦਿਆਰਥੀਓ, ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਜਦੋਂ ਅਸੀਂ ਵਿਗਿਆਨ ਪੜ੍ਹਦੇ ਹਾਂ ਤਾਂ ਸਾਡਾ ਦਿਮਾਗ ਤੇ ਸਾਡਾ ਧਿਆਨ ਹਰ ਵਕਤ ਇਸੇ ਤਰ੍ਹਾਂ ਚੱਲਣਾ ਚਾਹੀਦਾ ਹੈ ਕਿ ਅਸੀਂ ਸੜਕ ਦੇ ਕਿਨਾਰੇ ਵੀ ਅਗਰ ਇਸ ਤਰ੍ਹਾਂ ਦਾ ਮਾਈਲਸਟੋਨ ਦੇਖੀਏ, ਅਸੀਂ ਸਾਈਕਲ ਚਲਾ ਰਹੇ ਹਾਂ, ਸੜਕ ਦੇ ਕਿਨਾਰੇ ਦੇਖੀਏ ਕਿ ਮੇਰਾ ਸਕੂਲ ਹੁਣ ਇਸ ਜਗ੍ਹਾ ਤੋਂ 4 ਕਿਲੋਮੀਟਰ ਰਹਿ ਗਿਆ ਹੈ ਤੇ ਘੜੀ ਪਾਈ ਹੋਵੇ ਤਾਂ ਘੜੀ ਦਾ ਸਮਾਂ ਨੋਟ ਕਰੀਏ ਤੇ ਆਗੇ ਅਸੀਂ ਆਪਣਾ ਨੂਮੈਰੀਕਲ ਆਪਣੇ ਆਪ ਹੀ ਕੱਢ ਲਾਂਗੇ। ਹੁਣ ਵਿਦਿਆਰਥੀ, ਕਹਾਣੀਆਂ ਤੋਂ ਬਾਅਦ
ਫਿਰ ਅਸੀਂ ਆ ਜਾਈਏ ਆਪਣੇ ਵਿਗਿਆਨ ਦੇ ਉੱਤੇ। ਕਹਾਣੀ ਵੀ ਵੈਸੇ ਵਿਗਿਆਨ ਨਾਲ ਹੀ ਸੰਬੰਧਿਤ ਸੀਗੀ, ਪਰ ਚਲੋ ਹੁਣ ਅਸੀਂ ਫਿਰ ਇਸੇ ਫਾਰਮੂਲੇ ਤੇ ਆ ਜਾਂਦੇ ਹਾਂ। ਹੁਣ ਅਸੀਂ ਇਸ ਫਾਰਮੂਲੇ ਦੇ ਹਿਸਾਬ ਦੇ ਨਾਲ ਅਸੀਂ ਇਹਦੀ ਇਕਾਈ ਜਾਂ ਮਾਤਰਕ ਕੱਢਾਂਗੇ। ਸੋ ਦੂਰੀ ਅਸੀਂ ਕਿਲੋਮੀਟਰਾਂ ਦੇ ਵਿੱਚ ਨਾਪਦੇ ਹਾਂ, ਠੀਕ ਹੈ। ਦੂਰੀ ਕਿਹਦੇ ਵਿੱਚ ਨਾਪਦੇ ਹਾਂ? ਕਿਲੋਮੀਟਰਾਂ ਦੇ ਵਿੱਚ। ਤੇ ਸਮਾਂ ਕਿਹਦੇ ਵਿੱਚ? ਘੰਟਿਆਂ ਦੇ ਵਿੱਚ, ਠੀਕ ਹੈ। ਸੋ ਚਾਲ ਦਾ ਯੂਨਿਟ ਕੀ ਹੋ ਗਿਆ? ਕਿਲੋਮੀਟਰ ਪ੍ਰਤੀ ਘੰਟਾ। किलोमीटर प्रति घंटा। और जे यूनिट मतलब दूरी मीटर च होए और समा सेकंड दे विच होए तां फिर ये यूनिट कितना होएगा? मीटर प्रति सेकंड। सो तुहानू पता लग गया चाल दा मात्रक की है जां इकाई की हैगी है? किलोमीटर प्रति घंटा जां मीटर प्रति सेकंड। तो चलो दोहराइए एक बार कि असीं की सीखिया। ਅਸੀਂ ਸਿੱਖਿਆ ਸੀਗਾ ਸਰਲ ਰੇਖੀ ਗਤੀ ਬਾਰੇ, ਅਸੀਂ ਸਿੱਖਿਆ ਸੀਗਾ ਆਵਰਤੀ ਗਤੀ ਬਾਰੇ, ਅਸੀਂ ਸਿੱਖਿਆ ਚੱਕਰਾਕਾਰ ਗਤੀ ਬਾਰੇ, ਫਿਰ ਅਸੀਂ ਚਾਲ ਦੂਰੀ ਸਮਾਂ ਬਾਰੇ ਵੀ ਸਿੱਖਿਆ, ਫਿਰ ਅਸੀਂ ਧੀਮੀ ਗਤੀ ਬਾਰੇ ਵੀ ਸਿੱਖਿਆ, ਤੇਜ਼ ਗਤੀ ਬਾਰੇ ਵੀ ਸਿੱਖਿਆ, ਕੁਝ ਕਹਾਣੀਆਂ ਵੀ ਸੁਣੀਆਂ। ਮੈਨੂੰ ਆਸ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਚੈਪਟਰ ਸਮਝ ਆ ਗਿਆ ਹੋਵੇਗਾ ਅੱਜ ਦਾ ਲੈਕਚਰ। ਚਲੋ ਥੋੜੇ ਜਿਹੇ ਪ੍ਰਸ਼ਨ ਪੁੱਛ ਲਈਏ। ਪ੍ਰਸ਼ਨਾਂ ਦੇ ਉੱਤਰ ਲਿਖਣੇ ਜ਼ਰੂਰ ਹੈ, पर फिर दोबारा कह रहे हैं रट्टे नहीं लगाने, जो समझा आएगा वही उत्तर लिखना है। चक्राकार गति की हुंदी है? चक्राकार गति की हुंदी है? झूले की गति केड़ी हुंदी है? झूले की गति केड़ी हुंदी है? बहुते प्रश्न नहीं मैं तुहाडे कोल पूछने। चाल की परिभाषा दिओ, चाल की परिभाषा दिओ। ते आखिरी प्रश्न है चाल का मात्रक की हुंदा है जां चाल की इकाई की हुंदी है? मैनूं आस है कि तुहानूं ये चैप्टर चंगी तरह समझ आ गया होएगा। इस लैक्चर नूं सुणन दे लई तुहाडा सारिआं दा धन्नवाद।